हेलो डियर स्टूडेंट्स, गुड मॉर्निंग। मैं कुलदीप पटाल GTV कॉलेज लेलपुर आप सब ਨੂੰ ਮੇਰੇ ਇਸ ਚੈਨਲ ਦੇ ਉੱਤੇ ਪਹੁੰਚਣ ਤੇ ਸਵਾਗਤ ਕਰਦਾ। ਅੱਜ ਆਪਾਂ ਹਿਸਟਰੀ ਦਾ ਅਗਲਾ ਟੌਪਿਕ ਜਿਹੜਾ ਉਹ ਕਰਨ ਜਾ ਰਹੇ ਹਾਂ ਵੈਦਿਕ ਕਾਲ। ਵੈਦਿਕ ਕਾਲ ਦਾ ਸਮਾਂ ਜਿਹੜਾ ਉਹ ਮੰਨਿਆ ਜਾਂਦਾ ਹੈ 1500 BC ਤੋਂ ਲੈ ਕੇ 1600 BC ਤੱਕ ਦਾ ਸਮਾਂ ਵੈਦਿਕ ਕਾਲ ਦਾ ਸਮਾਂ ਮੰਨਿਆ ਜਾਂਦਾ ਹੈ। ਵੈਦਿਕ ਕਾਲ ਨੂੰ ਅੱਗੇ ਦੋ ਪਾਰਟਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ। ਇੱਕ ਆਉਂਦਾ ਰਿਗਵੈਦਿਕ ਕਾਲ ਅਤੇ ਇੱਕ ਉੱਤਰ ਵੈਦਿਕ ਕਾਲ। ਰਿਗਵੈਦਿਕ ਕਾਲ ਜਿਹੜਾ 1500 BC ਤੋਂ ਲੈ ਕੇ 1000 BC ਤੱਕ ਦਾ ਸਮਾਂ, ਇਹ ਰਿਗਵੈਦਿਕ ਕਾਲ ਵੇਦਾਂ ਦਾ ਯੁੱਗ ਜਿਸ ਨੂੰ ਆਪਾਂ ਕਹਿੰਦੇ ਹਾਂ, ਜਦੋਂ ਵੇਦਾਂ ਦੀ ਰਚਨਾ ਹੋਈ ਉਹ ਸਮਾਂ ਇਹ। ਉਸ ਤੋਂ ਬਾਅਦ ਉੱਤਰ ਵੈਦਿਕ ਕਾਲ ਜਿਹੜਾ 1000 BC ਤੋਂ 600 BC ਤੱਕ ਦਾ ਸਮਾਂ ਸੀ, ਜਿਹੜਾ ਵੇਦਾਂ ਤੋਂ ਬਾਅਦ ਦਾ ਸਮਾਂ ਆਇਆ। ਜਦੋਂ ਵੇਦਾਂ ਦੀ ਰਚਨਾ ਹੋਈ ਤਾਂ ਸਾਨੂੰ ਕੁਝ ਨਾ ਕੁਝ ਲਿਖਤੀ ਸੋਰਸ ਮਿਲਣੇ ਸ਼ੁਰੂ ਹੋ ਗਏ ਸੀਗੇ। ਉਸ ਤੋਂ ਬਾਅਦ ਦਾ ਸਮਾਂ ਇਹ। ਪਹਿਲਾਂ ਆਪਾਂ ਪੜ੍ਹਦੇ ਹਾਂ ਵੈਦਿਕ ਕਾਲ, ਰਿਗਵੈਦਿਕ ਕਾਲ ਦੇ ਵਿੱਚ ਰਿਗਵੈਦਿਕ ਕਾਲ, ਉੱਤਰ ਵੈਦਿਕ ਕਾਲ। ਰਿਗਵੈਦਿਕ ਕਾਲ ਦੇ ਵਿੱਚ ਪਹਿਲਾਂ ਹੁੰਦਾ ਹੈ ਰਿਗਵੇਦ। ਰਿਗਵੇਦ ਦੀ ਰਚਨਾ ਹੁੰਦੀ ਹੈ ਜਿਹਦੇ ਵਿੱਚ 10 ਮੰਡਲ ਨੇ, 1028 ਸੂਤਕ ਹੈ, 10,552 ਦੇ ਕਰੀਬ ਮੰਤਰ ਨੇ। ਸਭ ਤੋਂ ਪੁਰਾਣਾ ਵੇਦ ਹੈ ਜਿਹੜਾ ਉਹ ਰਿਗਵੇਦ ਨੂੰ ਮੰਨਿਆ ਜਾਂਦਾ। ਜਿਵੇਂ ਪੜ੍ਹਨ ਦੇ ਵਿੱਚ ਕਹਿੰਦੇ ਇਸ ਨੂੰ ਹੋਰ ਸ਼ਬਦ ਨੇ, ਜਿਵੇਂ ਹੋਤਾ, ਹੋਤਰ ਦੇ ਨਾਂ ਵੀ ਇਹਦੇ ਵਰਤੋਂ ਕੀਤੇ ਜਾਂਦੇ ਨੇ। ਉਪਵੇਦ, ਇਹਦੇ ਵਿੱਚੋਂ ਜਿਹੜੇ ਹੋਰ ਵੇਦ ਨਿਕਲੇ ਆਯੁਰਵੇਦ। ਵਿਸ਼ਾ ਕੀ ਸੀ ਉਸਦਾ ਵਿਸ਼ਾ ਸੀਗਾ ਚਿਕਿਤਸਾ। ਉਸ ਤੋਂ ਬਾਅਦ ਛੋਟੇ ਕਬੀਲਿਆਂ ਬਾਰੇ ਵੀ ਇਹਦੇ ਵਿੱਚ ਦੱਸਿਆ ਗਿਆ। ਰਿਗਵੇਦ ਦੇ ਵਿੱਚ ਕਿਹੜੇ ਸੀਗੇ ਛੋਟੇ ਕਬੀਲੇ ਜਿਹੜੇ ਰਾਜ ਕਰਦੇ ਸੀ? ਅਨੂ, ਯਦੂ, ਮਰੂ, ਸੂਤਕ ਆਦਿ ਸੂਕਤ ਆਦਿ ਸੀ ਛੋਟੇ ਕਬੀਲੇ, ਉਹਨਾਂ ਦੀ ਗੱਲਬਾਤ ਹੈ। ਪ੍ਰਾਇਮਰੀ ਮੰਤਰ ਵਿਸ਼ਵਾਮਿਤਰ ਦੀ ਰਚਨਾ ਇਹ ਰਿਗਵੇਦ ਦੇ ਤੀਜੇ ਮੰਡਲ ਦੇ ਵਿੱਚ ਇਸ ਦਾ ਵਰਣਨ ਮਿਲਦਾ ਹੈ। 10ਵੇਂ ਮੰਡਲ ਦੇ ਵਿੱਚ ਵਰਨ ਵਿਵਸਥਾ ਦਾ ਜਿਹੜਾ ਵਰਣਨ ਹੈ ਉਹ ਕੀਤਾ ਗਿਆ। ਵਰਨ ਵਿਵਸਥਾ ਸੀ ਜਿਹੜੀ ਕਹਿੰਦੇ ਉਹ ਕਰਮ 'ਤੇ ਆਧਾਰਿਤ ਸੀਗੀ, ਜਾਤਾਂ ਦੇ ਆਧਾਰਿਤ ਨਹੀਂ ਸੀਗੀ। ਕੰਮ ਦੇ ਆਧਾਰ ਦੇ ਉੱਤੇ ਵਰਨ ਵੰਡ ਜਿਹੜੀ ਕੀਤੀ ਗਈ ਹੈ। ਮੰਤਰਾਂ ਦਾ ਬਹੁਤਾ ਹਿੱਸਾ ਸੀਗਾ ਜਿਹਦੇ ਵਿੱਚ ਵਰੁਣ, ਇੰਦਰ, ਅਗਨੀ ਆਦਿ ਕੁਦਰਤੀ ਦੇਵੀ ਦੇਵਤਿਆਂ ਦੇ ਜੀਵਨ ਬਾਰੇ ਜਾਂ ਕੁਦਰਤੀ ਦੇਵੀ ਦੇਵਤਿਆਂ ਦਾ ਵਰਣਨ ਹੈ ਜਿਹੜਾ ਸਾਨੂੰ ਉਹ ਮਿਲਦਾ, ਉਹਨਾਂ ਦੀ ਉਸਤਤ ਕੀਤੀ ਗਈ ਹੈ। ਉਸ ਤੋਂ ਬਾਅਦ ਆਉਂਦਾ ਅੱਗੇ ਸਾਮ ਵੇਦ। ਸੰਗੀਤ ਦਾ ਵੇਦ ਮੰਨਿਆ ਜਾਂਦਾ ਹੈ। ਗਾਉਣ ਵਾਲੇ, ਪੜ੍ਹਨ ਵਾਲੇ ਉਦਗਾਤਾ ਦੇ ਨਾਂ ਨਾਲ ਇਸ ਦੀ ਵਰਤੋਂ ਕਰਦੇ ਨੇ। ਉਪਵੇਦ ਇਹਦਾ ਗੰਧਰਵ ਵੇਦ। ਵਿਸ਼ਾ ਸੀ ਸੰਗੀਤ ਕਲਾ। ਇਸ ਦੇ ਆਪਣੇ 99 ਮੰਤਰ ਨੇ, ਬਾਕੀ ਕੁਝ ਰਿਗਵੇਦ ਦੇ ਵਿੱਚੋਂ ਲਏ ਗਏ ਨੇ। ਇਸ ਨੂੰ ਗਾਉਣ ਦੇ ਸਮੇਂ ਮਨ ਨੂੰ ਸ਼ਾਂਤੀ ਮਿਲਦੀ ਹੈ। ਯੱਗਾਂ ਦੇ ਵਿੱਚ ਇਸ ਦੇ ਮੰਤਰਾਂ ਦਾ ਪਾਠ ਹੈ ਜਿਹੜਾ ਉਹ ਕੀਤਾ ਜਾਂਦਾ। ਉਸ ਤੋਂ ਬਾਅਦ ਆਉਂਦਾ ਅੱਗੇ ਯਜੁਰਵੇਦ। ਪੜ੍ਹਨ ਦੇ ਵਿੱਚ ਯਜੁਰਵੇਦ ਨੂੰ ਅਪਰ ਵਿਸ਼ੂ, ਉਪਵੇਦ ਤੋਂ ਨਿਰਵੇਦ ਹੈ ਇਹ, ਵਿਸ਼ਾ ਤੋਂ ਨਿਰਵੇਦਿਆ। ਯੁੱਧ ਕਲਾ, ਵੀਰ ਕਲਾ, ਬਲੀ, ਜੱਗਾਂ, ਹਵਨਾਂ, ਵਿਧੀਆਂ, ਇਹਨਾਂ ਚੀਜ਼ਾਂ ਦਾ ਵਰਣਨ ਸਾਨੂੰ ਇਸ ਯਜੁਰਵੇਦ ਦੇ ਵਿੱਚ ਜਿਹੜਾ ਉਹ ਮਿਲਦਾ ਹੈ। ਕਰਮਕਾਂਡ ਪ੍ਰਧਾਨ ਗ੍ਰੰਥ ਹੈ ਜਿਹੜਾ ਯਜੁਰਵੇਦ ਨੂੰ ਮੰਨਿਆ ਜਾਂਦਾ। ਇਸ ਦੇ ਕੁੱਲ 40 ਅਧਿਆਏ ਨੇ। ਯੂਰਪੀ ਵਿਦਵਾਨ ਰਿਗਵੇਦ ਤੋਂ ਇਸ ਨੂੰ ਚੰਗਾ ਮੰਨਦੇ ਨੇ ਅਤੇ ਇਸ ਦੀ ਰਚਨਾ ਜਿਹੜੀ ਉਹ ਕੁਰੂਕਸ਼ੇਤਰ ਦੇ ਵਿੱਚ ਹੋਈ ਮੰਨੀ ਜਾਂਦੀ। ਉਸ ਤੋਂ ਬਾਅਦ ਆਉਂਦਾ ਹੈ ਅਥਰਵਵੇਦ। ਪੜ੍ਹਨ ਦੇ ਵਿੱਚ ਇਸ ਨੂੰ ਬਰਮਾ। ਉਪਵੇਦ ਇਸ ਦਾ ਸ਼ਿਲਪ ਵੇਦ ਹੈ। ਵਿਸ਼ਾ ਇਹਦਾ ਭਵਨ ਨਿਰਮਾਣ ਕਲਾ। ਜਾਦੂ ਟੂਣੇ, ਤੰਤਰ ਮੰਤਰ ਦੀ ਜਿਹੜੀ ਸਾਨੂੰ ਵਿੱਦਿਆ ਹੈ ਉਹ ਇਹਦੇ 'ਚੋਂ ਮਿਲਦੀ ਹੈ। 20 ਕਾਂਡ ਅਤੇ 73 ਸੂਕਤ ਨੇ ਜਿਹੜੇ ਇਸ ਵਿੱਚ ਪਾਏ ਜਾਂਦੇ। ਉਸ ਤੋਂ ਬਾਅਦ ਹੋਰ ਆ ਗਈ ਮਹਾਂਕਾਵ। ਮਹਾਂਕਾਵ ਦੇ ਵਿੱਚ ਪਹਿਲਾਂ ਹੁੰਦਾ ਹੈ ਰਮਾਇਣ। ਰਮਾਇਣ 48,000 ਪੰਕਤੀਆਂ 24,000 ਸ਼ਲੋਕਾਂ ਦੇ ਨਾਲ ਮਹਾਰਿਸ਼ੀ ਵਾਲਮੀਕ ਦੀ ਰਚਨਾ ਜਿਹੜੀ ਉਹ ਰਮਾਇਣ ਹੈ। ਉਸ ਤੋਂ ਬਾਅਦ ਮਹਾਭਾਰਤ ਸਭ ਤੋਂ ਵੱਡਾ ਮਹਾਂਕਾਵ ਅਤੇ ਸਭ ਤੋਂ ਪੁਰਾਣਾ ਮਹਾਂਕਾਵ ਹੈ ਜਿਹੜਾ ਉਹ ਮਹਾਭਾਰਤ ਨੂੰ ਮੰਨਿਆ ਜਾਂਦਾ, ਜਿਹਦੇ ਵਿੱਚ 1 ਲੱਖ ਤੋਂ ਵੱਧ ਸ਼ਲੋਕ ਨੇ, 18 ਅਧਿਆਏ ਨੇ, ਜਿਸ ਦੀ ਰਚਨਾ ਮਹਾਰਿਸ਼ੀ ਵੇਦ ਵਿਆਸ ਨੇ ਕੀਤੀ। ਜਿੱਤ ਦੀ ਕਿਤਾਬ ਜੈ ਸੰਹਿਤਾ ਦੇ ਨਾਂ ਨਾਲ ਵੀ ਇਸ ਨੂੰ ਜਾਣਿਆ ਜਾਂਦਾ। ਉਸ ਤੋਂ ਬਾਅਦ ਅੱਗੇ ਆਉਂਦੇ ਨੇ ਵੇਦਾਂਗ। ਵੇਦਾਂਗ ਕੀ ਸੀਗੇ? ਵੇਦਾਂ ਦੇ ਅੰਗ ਸੀਗੇ ਇਹ ਵੀ। ਭਾਵ ਵੇਦਾਂ ਨੂੰ ਸੌਖਾ ਕਰਨ ਦੇ ਲਈ, ਜਿਵੇਂ ਟੀਕੇ ਆਪਾਂ ਪੜ੍ਹਦੇ ਹਾਂ ਕਿਸੇ ਹੋਰ ਨੂੰ ਸੌਖਾ ਸੁਣਨ ਦੇ ਲਈ, ਇਸੇ ਤਰ੍ਹਾਂ 6 ਗਿਣਤੀ ਮੰਨੀ ਜਾਂਦੀ ਹੈ। ਪਹਿਲਾ ਨੰਬਰ ਹੈ ਸਿਕਸ਼ਾ। ਸਿਕਸ਼ਾ ਨੂੰ ਨੱਕ ਕਿਹਾ ਜਾਂਦਾ। ਕਲਪ, ਕਲਪ ਨੂੰ ਹੱਥ ਕਿਹਾ ਜਾਂਦਾ। ਜੋਤਸੀ, ਜੋਤਸੀ ਨੂੰ ਨੇਤਰ। ਵਿਆਕਰਨ ਨੂੰ ਵੇਦਾਂ ਦਾ ਮੂੰਹ ਮੰਨਿਆ ਜਾਂਦਾ ਹੈ। ਛੰਦ ਨੂੰ ਪੈਰ ਅਤੇ ਨਿਰੁਕਤ ਨੂੰ ਕੰਨ। ਭਾਵ ਵੇਦਾਂ ਦੇ ਅੰਗ ਨੇ ਜਿਹੜੇ ਇਹ ਵੇਦਾਂਗ ਦਿੱਤੇ ਗਏ ਨੇ। 6 ਵੇਦਾਂਗ ਨੇ। 6 ਵੇਦਾਂਗ ਵੇਦਾਂ ਦਾ ਅੰਗ ਨੱਕ, ਕੰਨ, ਹਿੱਸਾ, ਹੱਥ, ਨੇਤਰ, ਮੂੰਹ
ਮੰਨੇ ਜਾਂਦੇ ਨੇ, ਜਿਹੜੇ ਵੇਦਾਂ ਨੂੰ ਸਮਝਣ ਦੇ ਲਈ ਸਾਨੂੰ ਮਦਦ ਕਰਦੇ ਨੇ। ਉਸ ਤੋਂ ਬਾਅਦ ਹੈ ਪੁਰਾਣ। ਪੁਰਾਣਾਂ ਦੀ ਗਿਣਤੀ 18 ਹੈ, ਜਿਹਦੇ ਵਿੱਚੋਂ ਮਤस्य ਪ੍ਰਾਚੀਨ ਹੈ ਸਭ ਤੋਂ। ਵਿਸ਼ਨੂੰ ਦੇ 10 ਅਵਤਾਰਾਂ ਬਾਰੇ ਇਹਦੇ 'ਚ ਲਿਖਿਆ ਗਿਆ। ਵਯੋ, ਬ੍ਰਹਮਾ, ਵਿਸ਼ਨੂੰ, ਭਵਿਸ਼ਯ, ਗਰੁੜ, ਮਾਰਕੰਡੇ, ਭਗਵਤ ਆਦਿ ਮੁੱਖ ਪੁਰਾਣ ਨੇ ਜਿਹੜੇ ਉਹ ਹੈਗੇ ਨੇ। ਉਸ ਤੋਂ ਬਾਅਦ ਹੈ ਬ੍ਰਾਹਮਣ। ਵੇਦਾਂਗਾਂ ਦੀ ਨਾਲ ਗਦ ਰਚਨਾ, ਭਾਵ ਗਦ ਰਚਨਾ ਦੇ ਵਿੱਚ ਲੇਖਾਂ ਦੇ ਰੂਪ ਦੇ ਵਿੱਚ ਉਸਨੂੰ ਸਭ ਤੋਂ ਪੁਰਾਣਾ ਜਿਹੜਾ ਬ੍ਰਾਹਮਣ ਗ੍ਰੰਥ ਹੈ ਉਹ ਸਤਪਥ ਬ੍ਰਾਹਮਣ ਗ੍ਰੰਥ ਹੀ, ਜਿਹੜਾ ਰਿਗਵੇਦ ਤੋਂ 2 ਬ੍ਰਾਹਮਣ ਗ੍ਰੰਥ ਐਤਰੇਯ ਅਤੇ ਕੁਤਿਸ਼ਕੀ ਜਿਹੜੇ ਰਿਗਵੇਦ ਤੋਂ ਕੱਢੇ ਗਏ ਗ੍ਰੰਥ ਨੇ ਜਿਹੜੇ ਉਹ ਮੰਨੇ ਜਾਂਦੇ ਨੇ। ਉਸ ਤੋਂ ਬਾਅਦ ਰੁਣਾਇਕ, ਇਹਨਾਂ ਦੀ ਰਚਨਾ ਜੰਗਲਾਂ 'ਚ ਕੀਤੀ ਗਈ। ਅਧਿਐਨ ਵੀ ਇਹਨਾਂ 'ਚ ਜੰਗਲਾਂ ਦੇ ਵਿੱਚ ਕੀਤਾ ਜਾਂਦਾ। ਇਸ ਦੇ ਵਿਸ਼ੇ ਨੇ ਜਿਹੜੇ ਉਹ ਆਤਮਾ ਪਰਮਾਤਮਾ, ਜਨਮ, ਮੌਤ, ਪੁਨਰ ਜਾਮਰਨ ਦੇ ਨਾਂ ਨਾਲ ਇਹਨਾਂ ਨੂੰ ਆਪਾਂ ਸਮਝ ਸਕਦੇ ਹਾਂ। ਉਸ ਤੋਂ ਬਾਅਦ ਹੁੰਦਾ ਉਪਨਿਸ਼ਦ ਨੇ ਵੇਦਾਂ ਦਾ ਅੰਤ ਹੈ ਜਿਹੜਾ ਉਹ ਇਹਦੇ 'ਚ ਸਾਨੂੰ ਮਿਲਦਾ ਹੈ, ਜਿਹਨਾਂ ਦੀ ਗਿਣਤੀ 108 ਦੇ ਕਰੀਬ ਹੈ। ਇਸ ਦਾ ਵਿਸ਼ੇ ਸੰਬੰਧ ਦੇ ਵਿੱਚ ਦਰਸ਼ਨ ਸ਼ਾਸਤਰ, ਸਤਯਮੇਵ ਜਯਤੇ, ਮੰਡਲੇ ਉਪਨਿਸ਼ਦ ਤੋਂ ਲਿਆ ਗਿਆ। 11 ਤੋਂ ਵਧੇਰੇ ਪ੍ਰਸਿੱਧ ਨੇ ਜਿਹੜੇ ਉਹ ਮੰਨੇ ਜਾਂਦੇ ਨੇ। 6 ਦਰਸ਼ਨ ਕਿਹੜੇ ਨੇ? ਸੰਖਿਆ ਕਪਿਲ, ਆਰੰਭਿਕ ਵਿਚਾਰਧਾਰਾ, ਯੋਗ ਪਤੰਜਲੀ, ਨਿਆਂ ਗੌਤਮ, ਪੂਰਵ ਮੀਮਾਂਸਾ ਜੈਮਿਨੀ ਦੀ ਰਚਨਾ, ਉੱਤਰ ਮੀਮਾਂਸਾ ਬਦੈਨ ਦੀ ਰਚਨਾ, ਵੈਸ਼ਨਾਇਕ ਉਲਕਕਵਾਦ ਦੇ 6 ਦਰਸ਼ਨ ਨੇ ਜਿਹੜੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੰਦੇ ਨੇ। ਉਸ ਤੋਂ ਬਾਅਦ ਆਉਂਦੇ ਸੰਮਤੀ। ਸਮਾਜਿਕ ਨਿਯਮ ਬਣਾਏ ਗਏ ਕੁਝ ਹਿੰਦੂ ਧਰਮ ਦੇ ਵਿੱਚ ਸਮਾਜਿਕ ਜੀਵਨ ਨੂੰ ਜਿਉਣ ਦੇ ਲਈ ਉਸਨੂੰ ਮਨੂ ਸੰਮਤੀ ਦੇ ਨਾਂ ਨਾਲ ਜਾਣਿਆ ਜਾਂਦਾ। ਮਨੂ ਸੰਮਤੀ ਦਾ ਸੰਬੰਧ ਹੈ ਜਿਹੜਾ ਉਹ ਕਾਨੂੰਨ ਨਾਲ ਵੀ ਮੰਨਿਆ ਜਾਂਦਾ। ਚਰਕ ਸਾਹਿਤਾ ਚਿਕਿਤਸਾ, ਜਿਸ ਦਾ ਲੇਖਕ ਚਰਕ ਸੀਗਾ। ਅਨੁਲੋਮ ਵਿਆਹ, ਪੁਰਸ਼ ਜਿਹਦੇ ਵਿੱਚ ਉੱਚ ਵਰਗ ਦਾ ਪੁਰਸ਼ ਅਤੇ ਇਸਤਰੀ ਨੀਵੇਂ ਵਰਗ ਦੀ ਸੀ ਜਿਹੜੀ ਉਹ ਵਿਆਹ ਕਰਾ ਸਕਦੀ ਸੀ, ਉਸ ਨੂੰ ਅਨੁਲੋਮ ਵਿਆਹ ਕਿਹਾ ਜਾਂਦਾ ਸੀਗਾ। ਪ੍ਰਤੀਲੋਮ ਵਿਆਹ ਦੇ ਵਿੱਚ ਪੁਰਸ਼ ਨੀਵੇਂ ਵਰਗ ਦਾ ਅਤੇ ਉੱਚੇ ਵਰਗ ਦੀ ਇਸਤਰੀ ਦੇ ਵਿਆਹ ਹੁੰਦੇ ਨੇ। ਰਿਗਵੇਦ ਦੇ 2ਰੇ ਅਤੇ 7ਵੇਂ ਮੰਡਲ ਦੇ ਵਿੱਚ ਵੰਸ਼ ਮੰਡਲ ਜਾਂ ਗੋਤਰ ਮੰਡਲ ਦਾ ਗੱਲਬਾਤ ਹੁੰਦੀ ਹੈ। ਗੋਤਰ ਮੰਡਲ ਦੀ ਸ਼ੁਰੂਆਤ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਮੰਨੀ ਜਾਂਦੀ। ਉਸ ਤੋਂ ਬਾਅਦ ਨਿਸ਼ਕਾ, ਸੋਨੇ ਦਾ ਸਿੱਕਾ ਜਾਂ ਗਹਿਣੇ ਨੂੰ ਕਿਹਾ ਜਾਂਦਾ ਸੀਗਾ। ਉਸ ਤੋਂ ਬਾਅਦ ਨਿਕਿਤਸ਼ੇਜਮ, ਵਿਚਕਾਰ ਵਾਰਤਾਲਾਪ, ਕੰਠਕ ਉਪਨਿਸ਼ਦ ਦੇ ਵਿੱਚ ਸਾਨੂੰ ਮਿਲਦੀ ਹੈ। ਜੀਵਨ ਅਤੇ ਮੌਤ ਬਾਰੇ ਵਰਣਨ ਹੈ ਇਹਦੇ 'ਚ। ਉਸ ਤੋਂ ਅੱਗੇ ਪ੍ਰਸਤਾਤੇ, 3 ਗਦ ਇਹਦੇ 'ਚ ਸ਼ਾਮਿਲ ਕੀਤੇ ਗਏ ਨੇ। ਵੇਦ, ਗਣਿਤ, ਸੁਲਭ ਸੂਤਰ ਦਾ ਵਿਸ਼ਾ ਮੰਨਿਆ ਜਾਂਦਾ ਹੈ। ਯਾਮਤੀ ਧਰਮ ਸ਼ਾਸਤਰ ਘਰ ਦੇ ਵਿੱਚ 1/6 ਪਾਠ ਦੱਸਿਆ ਗਿਆ ਇਹਦੇ 'ਚ, ਜਿਹੜਾ ਟੈਕਸਟ ਦੇ ਰੂਪ 'ਚ ਲਿਆ ਜਾਂਦਾ ਹੈ। ਤੰਬਾਕੂ, ਖੰਡ, ਗੰਨਾ, ਫਸਲਾਂ ਆਦਿ ਦਾ ਗਿਆਨ ਵੇਦਿਕ ਲੋਕਾਂ ਨੂੰ ਨਹੀਂ ਸੀ ਕਹਿੰਦੇ। ਵੇਦ ਤ੍ਰੈਣ ਵੇਦ ਦੇ ਨਾਂ ਨਾਲ ਜਾਣਿਆ ਜਾਂਦਾ। ਰਿਗਵੇਦ, ਯਜੁਰਵੇਦ ਅਤੇ ਸਾਮਵੇਦ। ਪੁਰੰਦਰ ਸ਼ਬਦ ਇੰਦਰ ਦੇ ਲਈ ਹੈ ਜਿਹੜਾ ਉਹ ਵਰਤਿਆ ਗਿਆ। ਕੁਝ ਹੋਰ ਇੰਪੋਰਟੈਂਟ ਜਿਹੜੇ ਇਹਦੇ 'ਚ ਮੰਨੇ ਜਾਂਦੇ ਨੇ ਮੁੱਖ ਦੇਵਤੇ ਨੇ ਜਿਹੜੇ ਉਹ ਪਸ਼ੂਪਤੀ, ਇੰਦਰ, ਵਿਸ਼ਨੂੰ, ਰੁਦਰ ਮੰਨੇ ਜਾਂਦੇ ਨੇ। ਵੈਦਿਕ ਕਾਲ ਦੀ ਪਵਿੱਤਰ ਨਦੀ ਸਰਸਵਤੀ ਘੱਗਰ ਨੂੰ ਮੰਨਿਆ ਜਾਂਦਾ ਹੈ। ਪਵਿੱਤਰ ਪਸ਼ੂ ਗਊ ਸੀਗਾ। ਵਪਾਰ ਵਸਤੂ ਵਟਾਂਦਰਾ ਨਾਲ, ਭਾਵ ਵਸਤਾਂ ਦਾ ਆਦਾਨ ਪ੍ਰਦਾਨ ਕਰਕੇ ਵਪਾਰ ਕਰਦੇ ਨੇ। ਰਾਜੇ ਦੀਆਂ ਸਹਾਇਕ ਸੰਸਥਾਵਾਂ ਸਭਾ ਸੀ, ਜਿਹਦੇ 'ਚ ਪੜ੍ਹੇ ਲਿਖੇ ਲੋਕ ਨੇ। ਸੰਮਤੀਆਂ ਆਮ ਲੋਕ ਹੁੰਦੇ ਸੀਗੇ। ਸ਼ਰਾਬ ਅਤੇ ਜੂਏ ਤੋਂ ਇਲਾਵਾ ਇਸਤਰੀ ਦੀ ਬੁਰਾਈ ਪ੍ਰਚਲਿਤ ਸੀਗੀ। ਮਹੱਤਵਪੂਰਨ ਇਸਤਰੀਆਂ ਕਿਹੜੀਆਂ ਹੋਈਆਂ? ਅਲਪਾ, ਕੋਸ਼ਾ ਅਤੇ ਵਿਸਤਾਰਾ। ਮਨੁੱਖੀ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਨੇ। 4 ਮਨ, ਬ੍ਰਹਮਚਾਰੀ 0 ਤੋਂ 25 ਸਾਲ ਤੱਕ, ਗ੍ਰਸਤ 25 ਤੋਂ 50, ਬਾਣਪ੍ਰਸਥ 50 ਤੋਂ 75, ਸੰਨਿਆਸੀ 75 ਤੋਂ 100, ਜਿਹਦੇ ਵਿੱਚੋਂ ਗ੍ਰਸਤ ਨੂੰ ਇੰਪੋਰਟੈਂਟ ਮੰਨਿਆ ਗਿਆ। ਰਿਗਵੇਦ ਦੀਆਂ ਨਦੀਆਂ ਦਾ ਵਰਣਨ, ਸਤਲੁਜ ਨੂੰ ਸਤੋਦਰੀ, ਬਿਆਸ ਨੂੰ ਵਿਪਾਸ਼ੂ, ਰਾਵੀ ਨੂੰ ਪੁਰੋਸ਼ਨੀ, ਚਨਾਬ ਨੂੰ ਅਸ਼ਕਨੀ, ਜੇਲਮ ਨੂੰ ਵਿਤਕਸ਼ਕਾ, ਘੱਗਰ ਨੂੰ ਸਰਸਵਤੀ, ਸਿੰਧ ਨੂੰ ਸਿੰਧੂ ਨਦੀ ਦੇ ਨਾਂ ਨਾਲ ਸੀ ਜਿਹੜਾ ਉਹ ਜਾਣਿਆ ਜਾਂਦਾ ਸੀਗਾ। ਇਹ ਸੀਗੇ ਆਪਣੇ ਅੱਜ ਦਾ ਵਿਸ਼ਾ, ਅੱਜ ਦਾ ਟੌਪਿਕ ਸੀਗਾ, ਅਤੇ ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਣਾ ਇਹਦੇ ਬਾਰੇ। ਧੰਨਵਾਦ।